ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਦਵਿੰਦਰ ਮੰਡ ਤੇ ਤੁਸੀਂ ਦੇਖ ਰਹੇ ਹੋ ਹੱਕ ਸੱਚ ਟੀਵੀ। ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਜ਼ਰੀਏ ਅਸੀਂ ਤੁਹਾਨੂੰ ਕਥਾ, ਸਾਖੀਆਂ ਤੇ ਵੱਖ-ਵੱਖ ਜਿਹੜੇ ਇਤਿਹਾਸਿਕ ਗੁਰੂ ਘਰ ਨੇ ਉਹਨਾਂ ਸਾਰਿਆਂ ਦੇ ਦਰਸ਼ਨ ਕਰਵਾਉਂਦੇ ਹਾਂ। ਪਹਿਲੇ 2 ਭਾਗ ਤੁਸੀਂ ਦੇਖ ਚੁੱਕੇ ਹੋ। ਅੱਜ ਸਾਡਾ ਤੀਸਰਾ ਭਾਗ ਹੈ। ਤੀਸਰੇ ਭਾਗ ਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਜਿਸ ਤਰ੍ਹਾਂ ਸਾਡੀ ਸਰੀਰਿਕ ਜਿਹੜੀ ਲੋੜ ਹੁੰਦੀ ਹੈ, ਭੋਜਨ ਹੁੰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਾ ਦੀ ਸ਼ਾਂਤੀ ਵਾਸਤੇ ਸਾਨੂੰ ਕਥਾ, ਕੀਰਤਨ, ਗੁਰਬਾਣੀ ਦੀ ਲੋੜ ਹੁੰਦੀ ਹੈ। ਆਓ ਅੱਜ ਆਪਾਂ ਜਾਣਦੇ ਹਾਂ ਇਸ ਕਥਾ ਦੇ ਵਿੱਚ ਭਾਈ ਗੁਰਲਾਲ ਸਿੰਘ ਤੋਂ ਕਿ ਸਾਡੇ ਜੀਵਨ ਦੇ ਵਿੱਚ ਸਾਡੀ ਆਤਮਾ ਦੀ ਸ਼ਾਂਤੀ ਵਾਸਤੇ ਸਾਨੂੰ ਕਥਾ, ਕੀਰਤਨ, ਗੁਰਬਾਣੀ ਦੀ ਅਤੇ ਨਾਮ ਜਪਣ ਦੀ ਕਿੰਨੀ ਲੋੜ ਹੈ। ਹੱਕ ਸੱਚ ਚੈਨਲ ਵੇਖ ਰਹੇ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪ ਜੀ ਦੇ ਨਾਲ ਕਥਾ ਦਾ ਤੀਸਰਾ ਭਾਗ ਲੈ ਕਰਕੇ ਪਹੁੰਚੇ ਹਾਂ, ਜਿਸ ਦੇ ਅੰਦਰ ਆਪਾਂ ਵਿਚਾਰਾਂਗੇ ਕਿ ਭੋਜਨ ਭਜਨ ਕਿਵੇਂ ਇਹ ਸਾਡੇ ਜੀਵਨ ਦਾ ਮੁੱਖ ਅੰਗ ਹਨ। ਵੈਸੇ ਤੇ ਵੇਖਣ ਨੂੰ ਭੋਜਨ ਅਤੇ ਭਜਨ ਇਹ ਨਿਕਟਵਰਤੀ ਸ਼ਬਦ ਜਾਪਦੇ ਹਨ। ਇਹਨਾਂ ਵਿੱਚ ਬਹੁਤਾ ਕੋਈ ਅੰਤਰ ਨਹੀਂ। ਭੱਬਾ, ਜੱਜਾ ਅਤੇ ਨੰਨਾ ਇਹ ਸ਼ਬਦ ਬਣ ਗਿਆ ਭਜਨ, ਅਤੇ ਜਦੋਂ ਆਪਾਂ ਭੱਬੇ ਨੂੰ ਹੋੜਾ ਲਾ ਦਈਏ ਤਾਂ ਫਿਰ ਬਣ ਜਾਂਦਾ ਏ ਭੋਜਨ। ਪਰ ਜਦੋਂ ਅਸੀਂ ਇਸ ਦੇ ਅਰਥਾਂ ਨੂੰ ਡੂੰਘਾਈ ਦੇ ਨਾਲ ਵਾਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਕਿਉਂਕਿ ਹਿੰਦੁਸਤਾਨ ਦੀ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੋਂ ਪਹਿਲਾਂ ਇੱਕ ਨਾਰਾ ਬਹੁਤ ਪ੍ਰਚਲਿਤ ਸੀ, ਅਤੇ ਉਹ ਨਾਰਾ ਕੁਝ ਇਸ ਪ੍ਰਕਾਰ ਦਾ ਸੀ, ਭੋਜਨ ਭਜਨ ਅਰ ਨਾਰੀ ਇਹ ਸਭ ਪੜ੍ਹਦੇ ਕੇ ਅਧਿਕਾਰੀ। ਉਹਨਾਂ ਲੋਕਾਂ ਦਾ ਮੰਨਣਾ ਸੀ ਕਿ ਭੋਜਨ ਭਜਨ ਅਤੇ ਨਾਰੀ ਇਹਨਾਂ ਨੂੰ ਪੜ੍ਹਦੇ ਵਿੱਚ ਰੱਖਿਆ ਜਾਏ। ਪਰ ਜੋ ਗੁਰੂ ਘਰ ਦੇ ਵੱਲੋਂ ਸਿਧਾਂਤ ਦਿੱਤਾ ਗਿਆ ਉਹ ਆਪ ਸੰਗਤਾਂ ਦੇ ਸਨਮੁਖ ਰੱਖਾ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਆਪਾਂ ਭੋਜਨ ਦੀ, ਗੁਰੂ ਪਿਆਰੀ ਸਾਧ ਸੰਗਤ ਜੀ, ਠੀਕ ਹੈ ਕਿ ਭੋਜਨ ਇਹਨਾਂ ਲੋਕਾਂ ਨੇ ਮੰਨਿਆ ਵੀ ਪਰਦੇ ਵਿੱਚ ਹੋਣਾ ਚਾਹੀਦਾ ਹੈ, ਪਰ ਗੁਰੂ ਘਰ ਦਾ ਇਹ ਨਿਰਾਲੀ ਰੀਤ ਰਹੀ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਜ਼ਿਕਰ ਕੀਤਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਇਸ ਤਰ੍ਹਾਂ ਸਿੱਖ ਧਰਮ ਹੋਂਦ ਦੇ ਵਿੱਚ ਆਇਆ। ਅਤੇ ਜਿਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਾਂ ਜੀਵਨ ਪੜ੍ਹਨੇ ਆ, ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੇ ਜਾਮੇ ਵਿੱਚ ਭੁੱਖੇ ਸਾਧੂਆਂ ਨੂੰ 20 ਰੁਪਈਏ ਦਾ ਲੰਗਰ ਲਗਾ ਕੇ ਇਹ ਪ੍ਰਗਟ ਕਰ ਦਿੱਤਾ ਸੀ ਕਿ ਵਾਕਈ ਇਸ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਸਮਾਂ ਆਉਂਦਾ ਹੈ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦਾ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ, ਜਿਸ ਵੀ ਗੁਰਸਿੱਖ ਨੇ ਸਾਡੇ ਦਰਸ਼ਨਾਂ ਵਾਸਤੇ ਆਉਣਾ ਹੈ ਨਾ, ਉਹਦੇ ਵਾਸਤੇ ਸਭ ਤੋਂ ਪਹਿਲਾਂ ਇਹ ਸਿਧਾਂਤ ਕੰਮ ਕਰਦਾ ਸੀ ਕਿ ਪਹਿਲਾ ਪੰਗਤ ਪਾਛੈ ਸੰਗਤ। ਮਹਾਰਾਜ ਕਹਿੰਦੇ ਨੇ ਸਾਡੇ ਦਰਸ਼ਨ ਤਾਂ ਹੋਣਗੇ ਜੇਕਰ ਪਹਿਲਾਂ ਪੰਗਤ ਵਿੱਚ ਬੈਠ ਕੇ ਤੁਸੀਂ ਭਾਈ ਲੰਗਰ ਛਕੋਗੇ। ਵੇਖੋ, ਖੁਰਾਕ ਗੁਰਮੁਖੋ 2 ਪ੍ਰਕਾਰ ਦੀ ਏ। ਇੱਕ ਹੁੰਦੀ ਏ ਤਨ ਦੀ ਖੁਰਾਕ, ਇੱਕ ਹੁੰਦੀ ਏ ਮਨ ਦੀ ਖੁਰਾਕ। ਅੱਜ ਸੰਸਾਰ ਦੇ ਵਿੱਚ ਜਦੋਂ ਆਪਾਂ ਝਾਤ ਮਾਰਨੇ ਆ, ਤਨ ਦੇ ਭੁੱਖੇ ਬਹੁਤ ਘੱਟ ਲੋਕ ਨੇ, ਪਰ ਜਦੋਂ ਮਨ ਦੇ ਭੁੱਖਿਆਂ ਦੀ ਗਿਣਤੀ ਕਰਨ ਲੱਗੀਏ ਹੋ ਸਕਦਾ ਹੈ ਵੀ ਸਾਡੇ ਕੋਲ ਅੰਕੜੇ ਜਿਹੜਾ ਇਹ ਥੋੜ੍ਹੇ ਪੈ ਜਾਣ। ਮਨ ਦੇ ਭੁੱਖੇ ਬਹੁਤ ਨੇ। ਇਹ ਮਨ ਦੀ ਭੁੱਖ ਕੀ ਹੈ? ਵੇਖੋ, ਜਿਹੜੀ ਤਨ ਦੀ ਭੁੱਖ ਹੈ ਉਹ ਤਾਂ ਪ੍ਰਸ਼ਾਦਾ ਛਕ ਕੇ ਦੂਰ ਹੋ ਜਾਏਗੀ, ਬੰਦਾ ਰੱਜ ਜਾਂਦਾ ਹੈ, ਪਰ ਮਨ ਦੀ ਭੁੱਖ ਅੱਜ ਮਿਟਣ ਦਾ ਨਾਮ ਨਹੀਂ ਲੈ ਰਹੀ। ਖੈਰ, ਅਰਜ਼ ਕਰ ਰਿਹਾ ਸਾਂ ਵੀ ਜਿਸ ਵਕਤ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਇਹ ਨਾਰਾ ਬੁਲੰਦ ਕੀਤਾ ਨਾ ਕਿ ਪਹਿਲਾਂ ਪੰਗਤ ਪਾਛੈ ਸੰਗਤ, ਉਹਦਾ ਕਾਰਨ ਇਹ ਸੀ ਕਿ ਉਸ ਵਕਤ ਹਿੰਦੁਸਤਾਨ ਦੀ ਧਰਤੀ 'ਤੇ ਜਾਤ ਵਰਨ ਨੂੰ ਬਹੁਤ ਵੱਡੇ ਪੱਧਰ 'ਤੇ ਮੰਨਿਆ ਜਾਂਦਾ ਸੀ। ਉਸ ਵਕਤ ਬ੍ਰਾਹਮਣ ਜਿਹੜਾ ਏ ਆਪਣੇ ਨਾਲ ਬੈਠਣ ਦਾ ਅਧਿਕਾਰ ਸ਼ੂਦਰ ਨੂੰ ਨਹੀਂ ਦਿੰਦਾ। ਪਰ ਸਦਕੇ ਜਾਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਜਿਨ੍ਹਾਂ ਨੇ ਪਹਿਲੇ ਜਾਮੇ ਵਿੱਚ ਆ ਕੇ ਇੱਥੇ ਸਾਧ ਸੰਗਤ ਇਹ ਹਾਂ ਦਾ ਨਾਰਾ ਮਾਰਿਆ। ਸਾਹਿਬਾਂ ਨੇ ਤੇ ਆਪਣਾ ਸਾਥੀ ਭਾਈ ਮਰਦਾਨਾ ਸਾਰੀ ਉਮਰ ਆਪਣੇ ਨਾਲ ਰੱਖਿਆ। ਲੋਕ ਕਹਿੰਦੇ ਨੇ ਕਿ ਭਾਈ ਮਰਦਾਨਾ ਡੂਮ ਹੈ, ਇਹ ਮਰਾਸੀ ਹੈ, ਪਰ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਸੇ ਸੱਜਣ ਨੇ ਸਵਾਲ ਕੀਤਾ, ਭਾਈ ਇਹ ਕੌਣ ਹੈ? ਜਦੋਂ ਵੀ ਪੁੱਛਿਆ
ਤੇ ਉਸ ਵਕਤ ਸਾਹਿਬਾਨ ਨੇ ਜਵਾਬ ਦਿੱਤਾ ਸੀ, ਇਹ ਸਾਡਾ ਭਾਈ ਹੈ। ਭਾਈ ਕਹਿ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਕਾਰ ਦਿੰਦੇ ਰਹੇ ਭਾਈ ਮਰਦਾਨਾ ਜੀ ਨੂੰ। ਇਸੇ ਤਰ੍ਹਾਂ ਸਾਹਿਬਾਂ ਨੇ ਆਪਣੀ ਬਾਣੀ ਵਿੱਚ ਵੀ ਸਪਸ਼ਟ ਕੀਤਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਿਧਾਂਤ ਕਾਇਮ ਕੀਤਾ। ਅਰਥ ਇਹੀ ਸੀ ਕਿ ਸਾਧ ਸੰਗਤ ਉਸ ਵਕਤ ਬ੍ਰਾਹਮਣ ਜਿਹੜਾ ਹੈ ਆਪਣੇ ਨਾਲ ਬੈਠਣ ਦਾ ਅਧਿਕਾਰ ਸ਼ੂਦਰ ਨੂੰ ਨਹੀਂ ਦਿੰਦਾ। ਇੱਥੇ ਤੇ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਜੇਕਰ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਇਆ ਤੇ ਸਾਹਿਬਾਂ ਨੇ ਉਹਨੂੰ ਵੀ ਕਿਹਾ ਸੀ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਤੁਸੀਂ ਪ੍ਰਸ਼ਾਦਾ ਛਕੋ। ਉਸ ਵਕਤ ਜਦੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਹੋਏਗਾ ਤੇ ਆਮ ਸੰਗਤਾਂ ਦੇ ਮਨਾਂ ਉੱਤੇ ਕੀ ਬੀਤੀ ਹੋਵੇਗੀ। ਉਸ ਵਕਤ ਸ਼ੂਦਰ ਵਿਚਾਰਿਆਂ ਨੇ ਤੇ ਬਹੁਤ ਖੁਸ਼ੀ ਮਨਾਈ ਹੋਵੇਗੀ। ਹਿੰਦੁਸਤਾਨ ਦਾ ਬਾਦਸ਼ਾਹ ਅੱਜ ਸਾਡੇ ਨਾਲ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕ ਰਿਹਾ ਹੈ। ਇਸੇ ਤਰ੍ਹਾਂ ਗੁਰੂ ਘਰ ਦਾ ਇਹ ਸਿਧਾਂਤ ਰਿਹਾ ਹੈ ਵੀ ਜੇਕਰ ਗੱਲ ਕਰੀਏ ਭੋਜਨ ਦੀ ਤੇ ਮਹਾਰਾਜ ਨੇ ਕਿਹਾ ਇਹ ਸੰਗਤ ਦੇ ਵਿੱਚ ਬੈਠ ਕੇ ਛਕਣਾ ਹੈ। ਭਾਵੇਂ ਕਿ ਸਾਦੇ ਲੰਗਰ ਨੂੰ ਗੁਰੂ ਸਾਹਿਬ ਜੀ ਨੇ ਪ੍ਰਵਾਨਗੀ ਦਿੱਤੀ ਸੀ, ਅੱਜ ਜੀਭ ਦੇ ਚਸਕੇ ਨੂੰ ਮੁੱਖ ਰੱਖ ਕੇ ਮਾਫ ਕਰਨਾ ਵੀ ਅਸੀਂ ਵੀ ਜਿਹੜਾ ਹੈ ਅਨੇਕਾਂ ਤਰ੍ਹਾਂ ਦੇ ਲੰਗਰ ਜਿਹੜਾ ਹੈ ਲਾ ਰਹੇ ਹਾਂ, ਜਦੋਂ ਕਿ ਲੰਗਰ ਬਿਲਕੁਲ ਸਾਦਾ ਹੋਣਾ ਚਾਹੀਦਾ ਹੈ। ਕਿਉਂਕਿ ਜਦੋਂ ਅਸੀਂ ਸਾਹਿਬਾਂ ਦੀ ਬਾਣੀ ਨੂੰ ਵੀ ਪੜ੍ਹਨੇ ਆ ਤੇ ਉਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਹੀ ਫੈਸਲਾ ਦਿੱਤਾ ਏ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਸਾਦਾ ਖਾਣਾ ਜਿਹੜਾ ਹੈ ਉਹ ਸਿਹਤ ਵਾਸਤੇ ਵੀ ਲਾਹੇਵੰਦ ਹੈ। ਜੇਕਰ ਅਸੀਂ 36 ਪ੍ਰਕਾਰ ਦੇ ਭੋਜਨ ਛਕਨੇ ਆ ਜਾਂ ਅਸੀਂ ਜੀਭ ਦੇ ਚਸਕਿਆਂ ਨੂੰ ਮੁੱਖ ਰੱਖ ਕੇ ਸਾਧ ਸੰਗਤ ਆਹਾਰ ਲੈਂਦੇ ਆ ਤੇ ਉਸ ਵਕਤ ਸਾਡੇ ਸਰੀਰ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਫਿਰ ਜਨਮ ਲੈਂਦੀਆਂ ਨੇ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਵਕਤ ਇਹ ਸਿਧਾਂਤ ਕਾਇਮ ਕੀਤਾ, ਭਾਈ ਜੇਕਰ ਲੰਗਰ ਛਕਣਾ ਹੈ ਤੇ ਉਹਦੇ ਵਾਸਤੇ ਤੁਹਾਨੂੰ ਪੰਗਤ ਵਿੱਚ ਬੈਠਣਾ ਪਏਗਾ। ਇਸ ਤੋਂ ਅੱਗੇ ਗੱਲ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਭਜਨ ਦੀ। ਵੇਖੋ ਭਜਨ ਵੀ ਜਿਹੜਾ ਹੈ ਨਾ ਉਹ ਗੁਰੂ ਸਾਹਿਬ ਜੀ ਨੇ ਕਿਹਾ ਸਾਧ ਸੰਗਤ ਵਿੱਚ ਬੈਠ ਕੇ ਕੀਤਾ ਜਾਏ। ਅੱਜ ਵੀ ਕੁਝ ਐਸੇ ਲੋਕ ਨੇ ਜਿਹੜੇ ਕਹਿੰਦੇ ਨੇ ਕੰਨਾਂ ਵਿੱਚ ਅਸੀਂ ਮੰਤਰ ਦੇ ਦਿਆਂਗੇ, ਇਹ ਕਿਸੇ ਨੂੰ ਦੱਸਣਾ ਨਹੀਂ। ਉਹ ਕਾਹਦਾ ਮੰਤਰ ਹੋਇਆ? ਜਦੋਂ ਕਿ ਸਾਹਿਬਾਂ ਨੇ ਇਹ ਉਪਦੇਸ਼ ਕੀਤਾ ਸੀ, ਭਾਈ ਗੁਰੂ ਦੀ ਸੰਗਤ ਵਿੱਚ ਬੈਠ ਕੇ ਜਦੋਂ ਕੋਈ ਵੀ ਗੁਰਸਿੱਖ ਪਿਆਰਾ ਗੁਰਬਾਣੀ ਦਾ ਪਾਠ ਕਰਦਾ ਏ, ਨਾਮ ਸਿਮਰਨ ਕਰਦਾ ਏ ਤੇ ਉਹਦਾ ਫਲ ਵਧੇਕ ਮਿਲਦਾ ਹੈ। ਭਾਈ ਗੁਰਦਾਸ ਜੀ ਉਹਨਾਂ ਨੇ ਵੀ ਆਪਣੀ ਰਚਨਾ ਦੇ ਵਿੱਚ ਇਹੀ ਗੱਲ ਕਹੀਏ, ਇੱਕ ਸਿੱਖ ਦੋਏ ਸਾਧ ਸੰਗ ਪੰਜੇ ਪਰਮੇਸ਼ਰ। ਇਕੱਲਾ ਸਿੱਖ ਹੈ ਪਰ ਜਦੋਂ ਸਿੱਖ ਦੇ ਨਾਲ ਕੋਈ ਦੂਸਰੀ ਸ਼ਖਸ ਮਿਲਦਾ ਹੈ ਤੇ ਉਹ ਸਾਧ ਸੰਗਤ ਹੋ ਜਾਂਦੇ ਨੇ। ਇਸ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਭੋਜਨ ਜਿਹੜਾ ਏ ਉਹ ਪੰਗਤ ਵਿੱਚ ਬੈਠ ਕੇ ਹੋਵੇ ਤੇ ਭਜਨ ਜਿਹੜਾ ਏ ਉਹ ਸੰਗਤ ਵਿੱਚ ਬੈਠ ਕੇ ਹੋਣਾ ਚਾਹੀਦਾ ਹੈ। ਨਿਤਾ ਪ੍ਰਤੀ ਅਸੀਂ ਰਹਿਰਾਸ ਪਾਵਨ ਗੁਰਬਾਣੀ ਦਾ ਜਾਪ ਕਰਨੇ ਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਸਤ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਉਹਦਾ ਬੇੜਾ ਭਵਜਾ ਰੂਪੀ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ। ਸੋ ਸਾਨੂੰ ਸਤਿਗੁਰਾਂ ਨੇ ਹਦਾਇਤ ਕੀਤੀ ਹੈ ਕਿ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਗੁਰਬਾਣੀ ਪਾਠ ਸਰਵਣ ਕਰਨਾ ਹੈ। ਇਸ ਤੋਂ ਅੱਗੇ ਜੇਕਰ ਗੱਲ ਕਰੀਏ ਇਸਤਰੀ ਦੀ, ਇਹਨਾਂ ਨੇ ਕਿਹਾ ਨਾਰੀ ਨੂੰ ਵੀ ਪਰਦੇ ਵਿੱਚ ਰੱਖਣਾ ਚਾਹੀਦਾ ਹੈ। ਪਰ ਸਦਕੇ ਜਾਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਪਹਿਲੀ ਵਾਰੀ ਆ ਕੇ ਇਹ ਹਾਂ ਦਾ ਨਾਰਾ ਬੁਲੰਦ ਕੀਤਾ ਵੀ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਸ ਵਕਤ ਸਮਾਜ ਦੇ ਅੰਦਰ ਇਸਤਰੀ ਦੇ ਨਾਲ ਬਹੁਤ ਦੁਰਦਸ਼ਾ ਕੀਤੀ ਜਾ ਰਹੀ ਸੀ। ਇਹਨੂੰ ਕੇਵਲ ਘਰੋਗੀ ਕੰਮਾਂ ਦੇ ਵਿੱਚ ਹੀ ਵਰਤਿਆ ਜਾਂਦਾ ਸੀ ਵੀ ਇਹ ਇਸਤਰੀ ਦਾ ਕੰਮ ਹੈ ਰੋਟੀ ਪਕਾਉਣਾ ਜਾਂ ਸੰਤਾਨ ਦੀ ਉਤਪਤੀ ਕਰਨਾ। ਇਸ ਤੋਂ ਬਾਅਦ ਉਹਨੂੰ ਸੋਚਣ ਦਾ ਵੀ ਕੋਈ ਅਧਿਕਾਰ ਨਹੀਂ ਸੀ ਦਿੱਤਾ ਗਿਆ। ਲੋਕਾਂ ਨੇ ਇੱਥੋਂ ਤੱਕ ਬਚਨ ਕਹਿ ਦਿੱਤੇ ਵੀ ਇਹ ਪੈਰ ਦੀ ਜੁੱਤੀ ਏ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਦੇ ਵਿੱਚ ਆ ਕੇ ਸਾਧ ਸੰਗਤ ਸਭ ਤੋਂ ਪਹਿਲਾਂ ਇਹ ਹਾਂ ਦਾ ਨਾਰਾ ਬੁਲੰਦ ਕੀਤਾ ਹੈ ਕਿ ਇਸ ਸੰਸਾਰ ਦੇ ਅੰਦਰ ਜੇਕਰ ਇਸਤਰੀ ਵੱਡੇ ਵੱਡੇ ਸਾਧੂ ਮਹਾਂਪੁਰਸ਼ਾਂ ਨੂੰ ਜਨਮ ਦਿੰਦੀ ਹੈ ਤੇ ਉਸ ਇਸਤਰੀ ਨੂੰ ਕਿਸੇ ਵੀ ਢੰਗ ਦੇ ਨਾਲ ਮਾੜਾ ਨਹੀਂ ਕਹਿਣਾ ਚਾਹੀਦਾ। ਸੋ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਿੱਖ ਧਰਮ ਦੀ ਆਰੰਭਤਾ ਕੀਤੀ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸੰਪੂਰਨਤਾ ਬਖਸ਼ਿਸ਼ ਕੀਤੀ, ਇਹਨਾਂ ਲੋਕਾਂ ਨੇ ਤੇ ਇਹ ਨਾਰਾ ਲਾਇਆ ਭੋਜਨ ਭਜਨ ਅਰ ਨਾਰੀ ਇਹ ਸਭ ਪੜਦੇ ਕੇ ਅਧਿਕਾਰੀ।
ਪਰ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਭਾਈ, ਭੋਜਨ ਜਿਹੜਾ ਹੈ ਪੰਗਤ ਵਿੱਚ, ਭਜਨ ਸੰਗਤ ਵਿੱਚ, ਤੇ ਇਸਤਰੀ ਦਾ ਵੀ ਸਨਮਾਨ ਕਰਨਾ ਹੈ। ਅੱਜ ਸਾਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਆਪਾਂ ਜਿਹੜਾ ਹੈ ਫੋਲੋ ਕਰੀਏ, ਤਾਂ ਕਿ ਸਾਡੇ ਵੀ ਹੋ ਸਕਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਤਨੀਆਂ ਕੁ ਵਿਚਾਰਾ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਤੁਸੀਂ ਸਾਰੀਆਂ ਸੰਗਤਾਂ ਨੇ ਕਥਾ ਸਰਵਣ ਕੀਤੀ, ਭਾਗ ਤੀਸਰਾ, ਜਿਸ ਦੇ ਵਿੱਚ ਭਾਈ ਗੁਰਲਾਲ ਸਿੰਘ ਨੇ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਾਮ ਜਪਣ ਦੀ ਕਿੰਨੀ ਮਹੱਤਤਾ ਹੈ। ਸੋ ਇਸ ਤਰ੍ਹਾਂ ਦੀਆਂ ਹੋਰ ਕਥਾਵਾਂ, ਹੋਰ ਸਾਖੀਆਂ ਤੇ ਹੋਰ ਗੁਰੂ ਘਰਾਂ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਵਾਂਗੇ। ਉਦੋਂ ਤੱਕ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਚੈਨਲ ਹੱਕ ਸੱਚ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।